प्यारे विद्यार्थियों, प्यार भरी सत श्री अकाल। Today we are going to discuss relations of sociology with economics। समाज विज्ञान ਦੇ अर्थ शास्त्र ਨਾਲ ਕੀ ਸੰਬੰਧ ਹੈ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਕਿ ਸਮਾਜ ਵਿਗਿਆਨ ਕੀ ਹੈ, ਉਸ ਤੋਂ ਬਾਅਦ ਫਿਰ ਇਕਨੋਮਿਕਸ ਕੀ ਹੈ। ਤਾਂ ਸਭ ਤੋਂ ਪਹਿਲਾਂ ਸੋਸ਼ੀਓਲੋਜੀ ਕੀ ਹੈ। Sociology is a scientific study of society। समाज विज्ञान समाज का विज्ञानिक अध्ययन है। Sociology deals with social behavior of a man in groups। यानी कि समाज विज्ञान समूहां दे विच मनुख के समाजिक व्यवहार का अध्ययन करती है। इन जनरल वी कैन से सोशियोलॉजी इज ए स्टडी ऑफ सोशल रिलेशनशिप, सोशल इंटरेक्शन, सोशल ग्रुप्स, सोशल एक्शन एंड सोशल इंस्टीट्यूशन एट एक्सट्रा। सो समाज विज्ञान समाजिक संबंधां दा, समाजिक अंतरक्रिया दा, समाजिक समूहां दा, समाजिक क्रिया दा अते समाजिक संस्थावां दा अध्ययन है। तो दूसरे पासे हुण असी देखना है कि इकनॉमिक्स की है। इकनॉमिक्स डील्स विद economic activities and economic behavior of a man। यानी कि अर्थशास्त्र मनुख दियां आर्थिक क्रियावां दा ते मनुख दे आर्थिक व्यवहार दा अध्ययन करती है। According to Marshall, wealth is a mean to satisfy materialistic needs of a person। मार्शल के अनुसार धन मनुख दियां मुढ़लियां भौतिक जरूरतां नूं पूरा करन दे लई एक साधन है। सो इकनॉमिक्स डील्स विथ प्रोडक्शन, कंजम्पशन एंड डिस्ट्रीब्यूशन ऑफ वेल्थ। यानी कि अर्थशास्त्र धन किमें पैदा होंदा है, इसकी वरतों किमें करनी है तो इसकी वितरण किमें करना है, इस बारे सानू दसदा है। सो अर्थशास्त्र मोटे तौर पर धन के इर्द गिर्द, क्योंकि धन या वैल्थ ही साडियां मटीरियलिस्टिक लोड़ां की पूर्ति करता है, उसका अध्ययन करती है। तो हुण असी अगला पार्ट जो है कि कंट्रीब्यूशन ऑफ सोशियोलॉजी टू इकनॉमिक्स। समाज विज्ञान की अर्थशास्त्र नूं की देन है। सब तो पहला है जी कि इकनॉमिक एक्टिविटी इज ए इंपॉर्टेंट पार्ट ऑफ सोशल लाइफ। आर्थिक क्रियावां जो हैगियां वो साडी समाजिक जिंदगी का एक महत्वपूर्ण भाग ने। तो मार्शल का जो लॉ ऑफ डिमांड है वो कहता है कि जेकर असी चीज़ां ज़्यादा मात्रा दे विच बेचनियां ने तो उन्हां दी प्राइस जिहड़ी है वो घट होनी चाहिए है। लो प्राइस टू सैल मोर थिंग्स। पर हुण चीज़ां नूं बेचण दे लई कल्ला लॉ ऑफ डिमांड जो है मार्शल का ये काम नहीं करता। बहुत सारे सोशल फैक्टर जो है कि
ਚੀਜ਼ਾਂ ਦੇ ਵਿਕਣ ਦੇ ਪਿੱਛੇ ਉਹ ਵੀ ਪ੍ਰਭਾਵਿਤ ਕਰਦੇ ਨੇ। There are so many social factors who influence the selling of things। ਚੀਜ਼ਾਂ ਦੇ ਵਿਕਣ ਦੇ ਉੱਤੇ ਸਮਾਜਿਕ ਕਾਰਕ ਜਿਹੜੇ ਹੈਗੇ ਉਹ ਬਹੁਤ ਪ੍ਰਭਾਵ ਪਾਉਂਦੇ ਨੇ। ਹੁਣ ਸਪੋਜ਼ ਕਰੋ ਕਿ ਇੱਕ ਚੀਜ਼ ਕੀ ਹੈ, ਕੀ ਉਹ ਲਗਜ਼ਰੀ ਗੁੱਡ ਹੈ ਯਾਨੀ ਕਿ ਵਿਲਾਸ ਦੀ ਵਸਤੂ ਹੈ, ਕੀ ਉਹ ਨੈਸੈਸਰੀ ਗੁੱਡ ਹੈ, ਕੀ ਉਹ ਜ਼ਰੂਰਤ ਦੀ ਵਸਤੂ ਹੈ, ਕੀ ਉਹ ਕੰਫਰਟ ਦੀ ਵਸਤੂ ਹੈ ਯਾਨੀ ਕਿ ਇੱਕ ਕੰਫਰਟ ਥਿੰਗ ਹੈ, ਸੁੱਖ ਦੇਣ ਵਾਲੀ ਚੀਜ਼ ਹੈ। ਤਾਂ ਹੁਣ ਇਹ ਤਿੰਨੋਂ ਚੀਜ਼ਾਂ ਜਿਹੜੇ ਹੈਗੇ ਸੋਸ਼ਲ ਫੈਕਟਰ ਨੇ ਇੱਕ ਤਰ੍ਹਾਂ ਨਾਲ, ਤਾਂ ਇਹ ਵੀ ਚੀਜ਼ਾਂ ਦੇ ਵਿਕਣ ਦੇ ਪਿੱਛੇ ਆਪਣਾ ਯੋਗਦਾਨ ਪਾਉਣਗੇ ਕਿ ਕਿਹੜੀ ਚੀਜ਼ ਲਗਜ਼ਰੀ ਹੈ, ਨੈਸੈਸਰੀ ਹੈ, ਕੰਫਰਟੇਬਲ ਹੈ। ਤਾਂ ਫਾਰ ਐਗਜ਼ਾਮਪਲ ਹੁਣ ਮੈਂ ਜਿਵੇਂ ਗੱਲ ਕਰਾਂ ਐਗਜ਼ਾਮਪਲ ਦੇ ਕੇ ਕਿ ਕੋਈ ਵਿਅਕਤੀ ਕੋਈ ਇੰਡਸਟਰੀ ਲਗਾਉਣਾ ਚਾਹੇ ਕਿ ਉਹ ਪਗੜੀ ਦਾ ਉਤਪਾਦਨ ਕਰੇਗਾ ਅਤੇ ਜਾ ਕੇ ਕੇਰਲਾ ਜਾਂ ਤਾਮਿਲਨਾਡੂ ਦੇ ਵਿੱਚ ਉਹ ਪਗੜੀ ਦੀ ਜਾਂ ਪੱਗ ਦੀ ਇੰਡਸਟਰੀ ਲਾ ਲੈਂਦਾ। ਕੀ ਪਗੜੀ ਜਾਂ ਪੱਗ ਉਹਦੀ ਕੇਰਲਾ ਜਾਂ ਤਾਮਿਲਨਾਡੂ ਦੇ ਵਿੱਚ ਵਿਕੇਗੀ? ਨਹੀਂ। ਕਿਉਂ? ਕਿਉਂਕਿ ਜੇ ਅਸੀਂ ਦੇਖੀਏ ਤਾਂ ਪਗੜੀ ਬੰਨ੍ਹਣ ਦਾ ਜ਼ਿਆਦਾਤਰ ਰਿਵਾਜ ਪੰਜਾਬ ਦੇ ਵਿੱਚ ਹੈ। ਤਾਂ ਪੱਗ ਜਾਂ ਪਗੜੀ ਦੀ ਇੰਡਸਟਰੀ ਜ਼ਿਆਦਾ ਡਿਵੈਲਪ ਕਰੇਗੀ ਪੰਜਾਬ ਦੇ ਵਿੱਚ। ਤਾਂ ਮਤਲਬ ਪੁਆਇੰਟ ਇਹ ਹੈ ਕਿ ਚੀਜ਼ਾਂ ਥਿੰਗਜ਼ ਕਿਹੋ ਜਿਹੀਆਂ ਨੇ, ਉਸ ਦੇ ਪਿੱਛੇ ਕਿਹੜੀਆਂ ਸੋਸ਼ਲ ਫੈਕਟਰ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਤਾਂ ਉਹ ਚੀਜ਼ਾਂ ਦੇ ਵਿਕਣ ਦੇ ਪਿੱਛੇ ਉਸ ਨੂੰ ਇਨਫਲੂਐਂਸ ਕਰ ਸਕਦੀਆਂ ਨੇ ਕਿ ਚੀਜ਼ਾਂ ਕਿਤੇ ਉਹ ਘੱਟ ਵਿਕ ਸਕਦੀ ਹੈ ਸੋਸ਼ਲ ਫੈਕਟਰ ਦੇ ਕਾਰਨ, ਕਿਤੇ ਉਹ ਚੀਜ਼ ਵੱਧ ਵਿਕ ਸਕਦੀ ਹੈ ਸੋਸ਼ਲ ਫੈਕਟਰ ਦੇ ਕਾਰਨ। ਹਾਂਜੀ, ਹੁਣ ਸੈਕਿੰਡ ਹੈ ਜੀ ਅਨਇੰਪਲੋਇਮੈਂਟ। ਅਨਇੰਪਲੋਇਮੈਂਟ ਕੀ ਹੈ ਜੀ? ਇਕਨੋਮਿਕ ਪ੍ਰੋਬਲਮ ਹੈ, ਪਰ ਇਸ ਦੇ ਸੋਸ਼ਲ ਪਹਿਲੂ ਵੀ ਹੈਗੇ, ਸਮਾਜਿਕ ਪੱਖ ਵੀ ਹੈਗੇ, ਕਿਉਂਕਿ ਅਨਇੰਪਲੋਇਮੈਂਟ ਨਿਰੋਲ ਜਿਹੜੀ ਹੈਗੀ ਆ ਉਹ ਇਕਨੋਮਿਕ ਪ੍ਰੋਬਲਮ ਨਹੀਂ ਹੈਗੀ, ਇਸ ਨੂੰ ਕੰਟਰੀਬਿਊਟ ਕਰਨ ਵਾਲੇ ਕੁਝ ਸੋਸ਼ਲ ਫੈਕਟਰ ਵੀ ਹੈਗੇ। ਸੋਸ਼ਲ ਫੈਕਟਰ ਕਿਵੇਂ? ਕਿਉਂਕਿ ਜੇ ਤੁਸੀਂ ਦੇਖੋਗੇ ਕਿ ਅੱਜ ਦਾ ਯੂਥ ਮੋਟੇ ਤੌਰ 'ਤੇ ਜੋ ਐਜੂਕੇਸ਼ਨ ਲੈ ਲੈਂਦਾ, BA ਕਰ ਲੈਂਦਾ, ਤਾਂ ਉਹ ਮੈਨੂਅਲ ਕੰਮ ਕਰਨ ਤੋਂ, ਹੱਥੀਂ ਕੰਮ ਕਰਨ ਤੋਂ ਕਤਰਾਉਂਦਾ ਹੈ, ਕਿਉਂਕਿ ਉਸਨੂੰ ਸਿਰਫ ਅਤੇ ਸਿਰਫ ਸਰਕਾਰੀ ਜੋਬ ਜਾਂ ਜੋਬ ਚਾਹੀਦੀ ਹੈ, ਜਿਸ ਦੇ ਕਾਰਨ ਕੀ ਹੁੰਦਾ ਕਿ ਅਨਇੰਪਲੋਇਮੈਂਟ ਵੱਧਦੀ ਚਲੀ ਜਾਂਦੀ ਹੈ। ਤਾਂ ਅਨਇੰਪਲੋਇਮੈਂਟ ਵਧਣ ਦੇ ਪਿੱਛੇ ਯਾਨੀ ਕਿ ਇਹ ਇੱਕ ਸੋਸ਼ਲ ਫੈਕਟਰ ਹੈ ਕਿ ਅਸੀਂ ਆਪਣੀ ਯੂਥ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਨਹੀਂ ਦੇ ਸਕੇ, ਕਿ ਜੇਕਰ ਉਹ ਪੜ੍ਹ ਲਿਖ ਵੀ ਗਏ, ਹੱਥੀਂ ਕੰਮ ਕਰਨਾ ਕੋਈ ਬੁਰਾ ਨਹੀਂ ਹੈ। ਤਾਂ ਇਸ ਦੇ ਨਾਲ ਅਨਇੰਪਲੋਇਮੈਂਟ ਜਿਹੜਾ ਹੈ ਵੱਧਦਾ ਚਲਿਆ ਜਾਂਦਾ, ਜਿਸ ਕਾਰਨ ਸਾਨੂੰ ਅਨਇੰਪਲੋਇਮੈਂਟ ਦੇ ਜਿਹੜੇ ਸੋਸ਼ਲ ਫੈਕਟਰ ਹੈਗੇ ਉਹਨਾਂ ਦੇ ਉੱਤੇ ਧਿਆਨ ਮਾਰ ਕੇ ਉਹਨਾਂ ਨੂੰ ਵੀ ਦੂਰ ਕਰਨਾ ਪਏਗਾ। ਯਾਨੀ ਕਿ ਅਨਇੰਪਲੋਇਮੈਂਟ ਨੂੰ ਦੂਰ ਕਰਨ ਦੇ ਲਈ ਸਾਨੂੰ ਸਮਾਜਿਕ ਪੱਖਾਂ ਦੇ ਉੱਤੇ ਵੀ ਨਜ਼ਰ ਮਾਰਨੀ ਪਏਗੀ। ਸੋ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਇਕਨੋਮਿਕ ਐਕਟੀਵਿਟੀਜ਼ ਨੂੰ ਜੇਕਰ ਅਸੀਂ ਸਮਝਣਾ ਹੈ ਤਾਂ ਉਹਨਾਂ ਨੂੰ ਸਮਾਜਿਕ ਸੰਦਰਭ ਦੇ ਵਿੱਚ ਹੀ ਸਮਝਿਆ ਜਾ ਸਕਦਾ ਹੈ। ਤਾਂ ਇਨ ਸੋਸ਼ਲ ਕੰਟੈਕਸਟ ਦੇ ਵਿੱਚ ਹੀ ਸਾਨੂੰ ਇਕਨੋਮਿਕ ਐਕਟੀਵਿਟੀਜ਼ ਨੂੰ ਦੇਖਣਾ ਚਾਹੀਦਾ ਹੈ। ਹੁਣ ਅਗਲਾ ਪਾਰਟ ਹੈ ਜੀ ਕੰਟਰੀਬਿਊਸ਼ਨ ਆਫ ਇਕਨੋਮਿਕਸ ਟੂ ਸੋਸ਼ੀਓਲੋਜੀ। ਅਰਥ ਸ਼ਾਸਤਰ ਦੀ ਸਮਾਜ ਵਿਗਿਆਨ ਨੂੰ ਕੀ ਦੇਣ ਹੈ? ਇਕਨੋਮਿਕਸ ਸਮਾਜ ਵਿਗਿਆਨ ਨੂੰ ਜਾਂ ਸੋਸ਼ੀਓਲੋਜੀ ਨੂੰ ਕੀ ਦਿੰਦਾ ਹੈ? ਤਾਂ ਪਹਿਲੇ ਪਾਰਟ ਦੇ ਵਿੱਚ ਜਿਵੇਂ ਕਿ ਸਮਨਰ ਹੈ, ਦੁਰਖਾਈਮ ਹੈ, ਵੈਬਰ ਹੈ, ਇਹਨਾਂ ਨੇ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਦੇ ਲਈ ਆਰਥਿਕ ਕਿਰਿਆਵਾਂ ਨੂੰ ਵੀ ਦੇਖਿਆ, ਕਿਉਂਕਿ ਇਹਨਾਂ ਦੇ ਅਨੁਸਾਰ ਇੱਕ ਖਾਸ ਕਿਸਮ ਦੀ ਇਕਨੋਮਿਕ ਐਕਟੀਵਿਟੀਜ਼ ਇੱਕ ਖਾਸ ਕਿਸਮ ਦਾ
सोशल सैटअप बनाती है। क्योंकि कार्ल मार्क्स ने इकनॉमिक्स के उत्ते बहुत ज़्यादा स्टडी की है, उसका भी यही कहना है कि इकनॉमिक एक्टिविटीज़ ही सोशल लाइफ नू निर्धारित करती है, समाजिक जिंदगी नू निर्धारित करती है कि साडियां किहो जिहियां इकनॉमिक एक्टिविटीज़ हैगियां, तो उस दे नाल साडा सारा सिस्टम जिहड़ा है वो डिवेलप होंदा है। सोशल लाइफ दा, सोशल रिलेशनशिप्स दा, सारा जो भी सोशल इंटरेक्शन दा वो पैसे दे नाल, वैल्थ दे नाल निर्धारित होंदा। तो कहने का मतलब ये है कि जेकर असी सोशल लाइफ नू चंगी तरह समझना है, समाजिक जिंदगी नू चंगी तरह समझना है, तो असी इकनॉमिक एक्टिविटीज़ नू इग्नोर करके नहीं समझ सकते। तो सानू सोशल लाइफ नू समझण दे लई नाल नाल इकनॉमिक एक्टिविटीज़ दे उत्ते भी ध्यान देना पएगा, क्योंकि एक खास किस्म दियां इकनॉमिक एक्टिविटीज़ एक खास किस्म का समाजिक सिस्टम डिवेलप करदियां ने। तो वो एक सोशल सिस्टम किवें डिवेलप होया, उस दे विच इकनॉमिक एक्टिविटीज़ का की रोल है, तो ये देखण दे लई सानू इकनॉमिक्स वल नू जाना पएगा, यानी कि इकनॉमिक्स तो किसी न किसी रूप दे विच सानू हैल्प लैनी पएगी। तो अगला है जी कि जिवें सिमल ने अपनी पुस्तक फिलासफी ऑफ मनी दे विच करंसी दे प्रचलन, यानी कि करंसी दे आण दे नाल की असर पे, तो इस बुक दे विच उसने जिक्र कीते। क्योंकि तुसी देखोगे कि जदों तक करंसी होंद दे विच नहीं सी आई, उदों तक सिस्टम सिंपल सी। ज्यों ही करंसी जिहड़ी है होंद दे विच आ गई, चाहे वो कोइंज दी होवे, चाहे पेपर करंसी होवे, चाहे अजकल प्लास्टिक करंसी होवे, तो उसने टोटल सोशल लाइफ नू कंट्रोल कर लिया। तो कहने का मतलब ये है कि मनी ने हर चीज़ नू कंट्रोल कर लिया, तो उसका असर साडी समाजिक लाइफ दे उत्ते पिया, साडे रिश्तियां दे उत्ते, सोशल रिलेशनशिप दे उत्ते पिया। तो मनी ने साडी होल लाइफ नू प्रभावित कर दिता। क्योंकि तुसी वैसे भी जे तुसी आम अपनी जिंदगी दे विच नज़र मारोगे, जेकर तुहाडे कोल पैसा है, मनी है, तो तुहाडी वैल्यू है, अदरवाइज तुहानू कोई पुछेगा नहीं। तुसी किन्ने भी चंगे ईमानदार होवो, तुसी किन्ने भी चंगे वधिया व्यक्ति होवो, तुहाडी सोशल डीलिंग जिन्ना मर्जी वधिया होवे, पर सोसाइटी दे विच पैसे तो बिना तुहाडी वैल्यू नहीं है। तो उसने यानी कि इस बुक दे विच यानी कि यही पॉइंट दस्सिया कि करंसी दे आण नाल टोटल सोशल लाइफ दे विच जिहड़ी है चेंज आ गई। तो पैसा जिहड़ा हैगा इंपॉर्टेंट है। तो इस करके जे असी टोटल सोशल लाइफ जो भी साडा सारा सिस्टम बनया होया रिश्ते नात्यां दा, सोशल रिलेशनशिप्स दा, तो उस दे विच पैसे दा रोल जिहड़ा है बहुत ज़्यादा इंपॉर्टेंट है। तो इसनू समझण दे लई सानू किसी न किसी रूप दे विच इकनॉमिक्स वल जाना पैंदा है, इकनॉमिक्स तो हैल्प लैनी पैंदी है। तो इस करके पैसा जिहड़ा है बहुत ज़्यादा इंपॉर्टेंट है। हाँ जी, हुण दहेज प्रथा एक सोशल प्रॉब्लम है, सोशल ईवल है, समाजिक बुराई है। पर जेकर असी देखिए कि दहेज प्रथा दे ज़्यादा वधन दा कारण, दहेज प्रथा समाज दे विच ज़्यादा होण दा कारण आर्थिक है। क्यों? क्योंकि जे तुसी देखोगे कि जिन्ना ज़्यादा लोकां कोल ब्लैक मनी होएगा, काला धन होएगा, उन्नी ही दहेज की प्रथा बढ़ती चली जाएगी। क्योंकि उस काले धन चों लोकी दहेज दिंदे ने, वध तो वध दिंदे ने, तो जिस दे नाल दहेज प्रथा
ਇੱਕ ਸਮਾਜਿਕ ਬੁਰਾਈ ਨਾ ਕਹਿੰਦੇ ਹੋਏ ਇਸ ਦਾ ਜੜ ਜਿਹੜੀ ਹੈਗੀ ਹੈ ਉਹ ਆਰਥਿਕ ਹੈ। ਤਾਂ ਜੇਕਰ ਅਸੀਂ ਦਹੇਜ ਪ੍ਰਥਾ ਨੂੰ ਠੀਕ ਕਰਨਾ ਹੈ, ਦਹੇਜ ਪ੍ਰਥਾ ਨੂੰ ਰੋਕਣਾ ਹੈ, ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਇਸ ਪਾਸੇ ਵੱਲ ਨੂੰ ਨਜ਼ਰ ਮਾਰਨੀ ਪਏਗੀ ਕਿ ਬਲੈਕ ਮਨੀ ਵੀ ਜਿਹੜਾ ਹੈਗਾ ਉਹ ਰੁਕੇ, ਕਾਲਾ ਧਨ ਲੋਕਾਂ ਕੋਲ ਨਾ ਆਵੇ, ਤਾਂ ਬਲੈਕ ਮਨੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਕਿਆ ਜਾਵੇ। ਤਾਂ ਇਸ ਦੇ ਨਾਲ ਹੀ ਜਿਹੜਾ ਹੈ ਦਹੇਜ ਪ੍ਰਥਾ ਰੁਕ ਸਕਦੀ ਹੈ। ਤਾਂ ਦਹੇਜ ਪ੍ਰਥਾ ਸਮਾਜਿਕ ਬੁਰਾਈ ਹੈ, ਪਰ ਉਸ ਦੀ ਜੜ ਜਿਹੜੀ ਹੈ ਆਰਥਿਕਤਾ ਦੇ ਵਿੱਚ ਹੈਗੀ ਹੈ ਕਿ ਬਲੈਕ ਮਨੀ ਦੇ ਵਿੱਚ ਹੈਗੀ ਹੈ। ਤਾਂ ਇਸ ਕਰਕੇ ਸਾਨੂੰ ਇਸ ਨੂੰ ਸਮਾਜਿਕ ਬੁਰਾਈ ਨੂੰ ਦੂਰ ਕਰਨ ਦੇ ਲਈ ਸਾਨੂੰ ਇਸ ਦੇ ਆਰਥਿਕ ਕਾਰਨਾਂ ਵੱਲ ਨਜ਼ਰ ਮਾਰ ਕੇ ਹੀ ਅਸੀਂ ਇਸ ਨੂੰ ਦੂਰ ਕਰ ਸਕਦੇ ਹਾਂ। ਤਾਂ ਇਸ ਲਈ ਸਾਨੂੰ ਕੁਝ ਨਾ ਕੁਝ ਫਿਰ ਦੁਬਾਰਾ ਇਕਨੋਮਿਕਸ ਵੱਲ ਨੂੰ ਦੇਖਣਾ ਪੈਂਦਾ ਹੈ। ਹਾਂਜੀ, ਹੁਣ ਅਗਲਾ ਪਾਰਟ ਡਿਸਟਿੰਕਸ਼ਨ ਬਿਟਵੀਨ ਸੋਸ਼ੀਓਲੋਜੀ ਐਂਡ ਇਕਨੋਮਿਕਸ। ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਵਿੱਚ ਕੀ ਅੰਤਰ ਨੇ, ਕੀ ਭੇਦ ਨੇ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਸਕੋਪ, ਯਾਨੀ ਕਿ ਵਿਸ਼ਾ ਖੇਤਰ। ਵਿਸ਼ਾ ਖੇਤਰ ਦੇ ਤੌਰ 'ਤੇ ਜੇ ਅਸੀਂ ਦੇਖੀਏ ਤਾਂ ਸੋਸ਼ੀਓਲੋਜੀ ਦਾ ਸਕੋਪ ਜਿਹੜਾ ਹੈ ਉਹ ਵਾਈਡਰ ਹੈ, ਤੇ ਇਕਨੋਮਿਕਸ ਦਾ ਜਿਹੜਾ ਸਕੋਪ ਹੈ ਉਹ ਲਿਮਟਿਡ ਹੈ। ਯਾਨੀ ਕਿ ਸਮਾਜ ਵਿਗਿਆਨ ਦਾ ਵਿਸ਼ਾ ਖੇਤਰ ਵਿਸ਼ਾਲ ਹੈ, ਵੱਡਾ ਹੈ। ਕਿਉਂ? ਕਿਉਂਕਿ ਅਸੀਂ ਸਮਾਜ ਵਿਗਿਆਨ ਦੇ ਵਿੱਚ ਹਰ ਇੱਕ ਪੱਖ ਦਾ ਅਧਿਐਨ ਕਰਦੇ ਹਾਂ, ਆਲ ਆਸਪੈਕਟਸ ਆਫ ਲਾਈਫ, ਸਾਰੇ ਪੱਖਾਂ ਨੂੰ ਲੈ ਕੇ ਅਸੀਂ ਉਸ ਦੀ ਸਟੱਡੀ ਕਰਦੇ ਹਾਂ। ਪਰ ਇਕਨੋਮਿਕਸ ਸਿਰਫ ਤੇ ਸਿਰਫ ਇੱਕ ਪੱਖ ਦਾ ਅਧਿਐਨ ਕਰਦੀ ਹੈ, ਇਕਨੋਮਿਕ। ਤਾਂ ਇਸ ਕਰਕੇ ਸਮਾਜ ਵਿਗਿਆਨ ਦਾ, ਸੋਸ਼ੀਓਲੋਜੀ ਦਾ ਸਕੋਪ ਜਿਹੜਾ ਹੈ ਉਹ ਵਾਈਡਰ ਹੈ, ਜਦੋਂ ਕਿ ਇਕਨੋਮਿਕਸ ਦਾ ਸਕੋਪ ਉਹ ਲਿਮਟਿਡ ਹੈ। ਸੈਕਿੰਡ ਹੈ ਜੀ ਵਿਊ ਪੁਆਇੰਟ, ਦ੍ਰਿਸ਼ਟੀਕੋਣ, ਪੁਆਇੰਟ ਆਫ ਵਿਊ ਜੋ ਵੀ ਹੈ ਕਿ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਜਾਂ ਸੋਸ਼ੀਓਲੋਜੀ ਦਾ ਪੁਆਇੰਟ ਆਫ ਵਿਊ ਕੀ ਹੈ? ਸੋਸ਼ਲ, ਸਮਾਜਿਕ। ਤੇ ਇਕਨੋਮਿਕਸ ਦਾ ਪੁਆਇੰਟ ਆਫ ਵਿਊ ਕੀ ਹੈ? ਇਕਨੋਮਿਕ, ਯਾਨੀ ਕਿ ਆਰਥਿਕ। ਤਾਂ ਅਸੀਂ ਕਿਸੇ ਵੀ ਚੀਜ਼ ਦਾ ਅਧਿਐਨ ਕਰਾਂਗੇ, ਅਸੀਂ ਉਸ ਦਾ ਅਧਿਐਨ ਸੋਸ਼ਲ ਪੁਆਇੰਟ ਆਫ ਵਿਊ ਤੋਂ ਕਰਾਂਗੇ, ਯਾਨੀ ਕਿ ਸਾਡੀ ਦੇਖਣ ਵਾਲੀ ਅੱਖ ਸਮਾਜਿਕ ਹੋਏਗੀ। ਅਸੀਂ ਉਸ ਨੂੰ ਹਰ ਚੀਜ਼ ਨੂੰ ਸਮਾਜਿਕ ਐਂਗਲ ਤੋਂ ਦੇਖਾਂਗੇ। ਤਾਂ ਸਾਡਾ ਪੁਆਇੰਟ ਆਫ ਵਿਊ ਜਿਹੜਾ ਹੈ ਉਹ ਸੋਸ਼ਲ ਹੈ। ਇਕਨੋਮਿਕਸ ਦਾ ਪੁਆਇੰਟ ਆਫ ਵਿਊ ਆਰਥਿਕ ਹੈ। ਤਾਂ ਉਹ ਕਿਸੇ ਵੀ ਐਕਟੀਵਿਟੀ ਨੂੰ ਆਪਣੀ ਆਰਥਿਕ ਨਜ਼ਰ ਨਾਲ ਦੇਖੇਗਾ, ਇਕਨੋਮਿਕ ਪੁਆਇੰਟ ਆਫ ਵਿਊ ਤੋਂ, ਇਕਨੋਮਿਕ ਐਂਗਲ ਤੋਂ ਦੇਖੇਗਾ। ਤਾਂ ਚੀਜ਼ਾਂ ਨੂੰ ਦੇਖਣ ਦਾ ਜੋ ਨਜ਼ਰੀਆ ਹੈ ਉਹ ਫਰਕ ਆ ਜਾਂਦਾ ਹੈ। ਤਾਂ ਇੱਕੋ ਹੀ ਚੀਜ਼ ਸਾਡੇ ਲਈ ਉਹ ਸਮਾਜਿਕ ਪੱਖ ਤੋਂ ਦੇਖਾਂਗੇ ਤੇ ਉਸੇ ਚੀਜ਼ ਨੂੰ ਇਕਨੋਮਿਕਸ ਆਪਣੇ ਆਰਥਿਕ ਪੱਖ ਤੋਂ ਦੇਖੇਗਾ। ਯਾਨੀ ਕਿ ਦੋਨਾਂ ਦਾ ਡਿਫਰੈਂਸ ਜਿਹੜਾ ਹੈ ਪੁਆਇੰਟ ਆਫ ਵਿਊ ਦਾ, ਉਹ ਸੋਸ਼ੀਓਲੋਜੀ ਦਾ ਸਮਾਜਿਕ ਹੈ ਤੇ ਇਕਨੋਮਿਕਸ ਦਾ ਆਰਥਿਕ ਹੈ। ਥਰਡ ਹੈ ਜੀ ਯੂਨਿਟ। ਯੂਨਿਟ ਤੋਂ ਮਤਲਬ ਕਿ ਸੋਸ਼ੀਓਲੋਜੀ ਦੀ ਘੱਟੋ ਘੱਟ ਸਟੱਡੀ ਕਰਨ ਦੀ ਇਕਾਈ ਕੀ ਹੈ, ਕੀ ਯੂਨਿਟ ਹੈ, ਤੇ ਇਕਨੋਮਿਕਸ ਦੀ ਘੱਟੋ ਘੱਟ ਇਕਾਈ ਕੀ ਹੈ ਸਟੱਡੀ ਕਰਨ ਦੀ। ਤਾਂ ਸੋਸ਼ੀਓਲੋਜੀ ਹਮੇਸ਼ਾ ਦੋ ਜਾਂ ਦੋ ਤੋਂ ਵੱਧ ਇੰਡੀਵਿਜੂਅਲ ਦੀ ਸਟੱਡੀ ਕਰਦਾ ਹੈ। ਸਮਾਜ ਵਿਗਿਆਨ ਦੇ ਲਈ ਇਹ ਜ਼ਰੂਰੀ ਹੈ ਕਿ 2 or more ਇੰਡੀਵਿਜੂਅਲਸ, ਯਾਨੀ ਕਿ 2 ਜਾਂ 2 ਤੋਂ ਵੱਧ ਵਿਅਕਤੀ ਹੋਣੇ ਚਾਹੀਦੇ ਨੇ। ਅਸੀਂ ਸਿੰਗਲ ਵਿਅਕਤੀ ਦੀ ਸਟੱਡੀ ਨਹੀਂ ਕਰਦੇ, ਸਾਡਾ ਫੋਕਸ 2 or more ਇੰਡੀਵਿਜੂਅਲਸ। ਤਾਂ ਇਕਨੋਮਿਕਸ ਦਾ ਜੋ ਸਟੱਡੀ ਕਰਨ ਦੀ ਯੂਨਿਟ ਹੈਗੀ ਹੈ ਉਹ ਇੱਕ ਇੰਡੀਵਿਜੂਅਲ ਵੀ ਹੋ ਸਕਦਾ ਹੈ, ਯਾਨੀ ਕਿ ਉਹ ਇੱਕ ਵਿਅਕਤੀ ਦੇ ਉੱਤੇ ਫੋਕਸ ਕਰਕੇ ਉਸ ਨੂੰ ਦੇਖ ਸਕਦੀ ਹੈ ਕਿ ਉਹ ਪੈਸਾ ਕਿਵੇਂ ਕਮਾਉਂਦਾ ਹੈ, ਕਿਵੇਂ ਪ੍ਰੋਡਿਊਸ ਕਰ ਰਿਹਾ, ਉਸ ਦੀ
ਇਹ ਵਰਤੋਂ ਕਿਵੇਂ ਕਰ ਰਿਹਾ, ਉਸ ਦੀ ਵਿਤਰਨ ਕਿਵੇਂ ਕਰ ਰਿਹਾ। ਤਾਂ ਜਾਨੀ ਕਿ ਇਕਨੋਮਿਕਸ ਦਾ ਯੂਨਿਟ ਆਫ ਸਟੱਡੀ ਜਿਹੜਾ ਹੈ ਉਹ ਵਨ ਇੰਡੀਵਿਜੂਅਲ ਵੀ ਹੋ ਸਕਦਾ। ਤਾਂ ਇਹ ਸੀਗਾ ਯੂਨਿਟ ਆਫ ਸਟੱਡੀ ਦਾ ਫਰਕ। ਫੋਰਥ ਹੈ ਜੀ ਮੈਥਡਸ। ਸਮਾਜ ਵਿਗਿਆਨ ਦੇ ਮੈਥਡ ਜਿਹੜੇ ਹੈਗੇ ਉਹ ਵੱਖਰੇ ਨੇ, ਇਕਨੋਮਿਕਸ ਦੇ ਵੱਖਰੇ ਨੇ। ਸਮਾਜ ਵਿਗਿਆਨ ਮੋਟੇ ਤੌਰ 'ਤੇ ਫੋਕਸ ਕਰਦੀ ਹੈ ਹਿਸਟੋਰੀਕਲ ਮੈਥਡ, ਕੰਪੈਰੇਟਿਵ ਮੈਥਡ, ਸੋਸ਼ੀਓਮੀਟਰੀ, ਕੇਸ ਸਟੱਡੀ ਮੈਥਡ। ਇਹ ਸਾਰੇ ਮੈਥਡ, ਈਵਨ ਇੰਟਰਵਿਊ ਮੈਥਡ, ਆਬਜ਼ਰਵੇਸ਼ਨ ਮੈਥਡ, ਇਹ ਸਾਰੇ ਸਮਾਜ ਵਿਗਿਆਨ ਦੇ ਮੈਥਡ ਹੈਗੇ ਸਟੱਡੀ ਕਰਨ ਦੇ। ਤਾਂ ਯਾਨੀ ਕਿ ਡਿਫਰੈਂਟ ਮੈਥਡ ਹੈਗੇ ਇਕਨੋਮਿਕਸ ਤੋਂ। ਤਾਂ ਇਕਨੋਮਿਕਸ ਦੇ ਜੋ ਸਟੱਡੀ ਕਰਨ ਦੇ ਮੈਥਡ ਹੈਗੇ ਉਹ ਇੰਡਕਟਿਵ ਮੈਥਡ, ਡਿਡਕਟਿਵ ਮੈਥਡ। ਯਾਨੀ ਕਿ ਡਿਡਕਟਿਵ ਨੂੰ ਜਿਹੜਾ ਹੈ ਨਿਗਮਨ ਵਿਧੀ ਕਹਿੰਦੇ ਨੇ ਅਤੇ ਇੰਡਕਟਿਵ ਮੈਥਡ ਨੂੰ ਆਗਮਨ ਵਿਧੀ ਕਹਿੰਦੇ ਨੇ। ਤਾਂ ਇਹ ਵਿਧੀਆਂ ਦੇ ਵਿੱਚ ਵੀ ਜਿਹੜਾ ਹੈ ਉਹ ਅੰਤਰ ਹੈ। ਤਾਂ ਲਾਸਟ 5th ਜਿਹੜਾ ਹੈ ਉਹ ਹੈ ਜੀ ਕਿ ਇਕਨੋਮਿਕਸ ਜਿਹੜੀ ਹੈ ਉਹ ਸਪੈਸ਼ਲ ਸਾਇੰਸ ਮੰਨੀ ਜਾਂਦੀ ਹੈ। ਸਪੈਸ਼ਲ ਸਾਇੰਸ ਯਾਨੀ ਕਿ ਵਿਸ਼ੇਸ਼ ਵਿਗਿਆਨ, ਜਦੋਂ ਕਿ ਸੋਸ਼ੀਓਲੋਜੀ ਨੂੰ ਅਸੀਂ ਜਨਰਲ ਸਾਇੰਸ ਕਹਿੰਦੇ ਹਾਂ, ਸਧਾਰਨ ਵਿਗਿਆਨ। ਤਾਂ ਯਾਨੀ ਕਿ ਸਧਾਰਨ ਵਿਗਿਆਨ ਤੋਂ ਕੀ ਮਤਲਬ ਹੈ, ਇਸ ਦੇ ਵਿੱਚ ਅਸੀਂ ਸਾਰੇ ਪੱਖਾਂ ਦਾ ਅਧਿਐਨ ਕਰਨੇ ਆ। ਅਤੇ ਸਪੈਸ਼ਲ ਸਾਇੰਸ ਤੋਂ ਕੀ ਮਤਲਬ ਹੈ ਕਿ ਇਕਨੋਮਿਕਸ ਸਿਰਫ ਅਤੇ ਸਿਰਫ ਇੱਕੋ ਹੀ ਪੱਖ ਦੇ ਉੱਤੇ ਆਪਣਾ ਫੋਕਸ ਕਰਦੀ ਹੈ, ਇਕਨੋਮਿਕ ਪੱਖ ਦੇ ਉੱਤੇ, ਜਦੋਂ ਕਿ ਸੋਸ਼ੀਓਲੋਜੀ ਦੇ ਵਿੱਚ ਅਸੀਂ ਸਾਰੇ ਪੱਖਾਂ ਦਾ ਅਧਿਐਨ ਕਰਦੇ ਹਾਂ। ਸੋ ਇਹ ਸੀਗਾ ਅੱਜ ਦਾ ਸਾਡਾ ਟੌਪਿਕ ਕਿ ਰਿਲੇਸ਼ਨ ਆਫ ਸੋਸ਼ੀਓਲੋਜੀ ਵਿਦ ਇਕਨੋਮਿਕਸ, ਯਾਨੀ ਕਿ ਸਮਾਜ ਵਿਗਿਆਨ ਦੇ ਅਰਥ ਸ਼ਾਸਤਰ ਨਾਲ ਕੀ ਸੰਬੰਧ ਸੀ। ਥੈਂਕ ਯੂ।